ਸਾਡੇ ਨਾਲ ਕਿਸਾਨ ਆਗੂ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਆ। ਮੇਰੀ ਮੁਰਾਦ ਆ ਬਾਬਾ ਬਖਸ਼ੀਸ਼ ਸਿੰਘ ਜੀ ਹੁਣਾਂ ਦੇ ਨਾਲ। ਬਾਬਾ ਬਖਸ਼ੀਸ਼ ਸਿੰਘ ਜੀ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਤੇ ਇੱਕ ਤਾਂ ਇਹ ਆ ਕਿ ਮੈਂ ਕਿਸਾਨ ਆਗੂ ਨਹੀਂ ਆ, ਕਿਸਾਨਾਂ ਦੇ ਸਹਿਯੋਗੀ ਜ਼ਰੂਰ ਰਹੇ ਹਾਂ। ਜਿੰਨੇ ਵੀ ਸਾਡੇ ਸਿੱਖ ਭਾਈਚਾਰਾ ਸਾਡਾ ਉੱਥੇ ਗਿਆ ਆ, ਲੰਗਰ ਪੰਗਤ ਸੰਗਤ ਜੋ ਵੀ ਉੱਥੇ ਆ, ਉਹ ਸਹਿਯੋਗੀ ਹੋ ਕੇ ਵਿਚਰੇ ਆ। ਇਸ ਕਰਕੇ ਆਪਾਂ ਸਹਿਯੋਗੀ ਹਾਂ ਜੀ। ਧੰਨਵਾਦ ਤੁਹਾਡਾ। ਜਿੱਥੇ ਤੁਸੀਂ ਸਹਿਯੋਗੀ ਦੀ ਗੱਲ ਕੀਤੀ ਹੈ ਜਾਂ ਆਗੂ ਦੀ ਗੱਲ ਕੀਤੀ ਹੈ, ਮੈਂ ਸਾਰੀ ਗੱਲ ਨੂੰ ਸਮਝਦਾ ਹਾਂ। ਸਹਿਯੋਗੀ ਤੇ ਆਗੂ ਵੀ ਉਹੀ ਹੁੰਦੇ ਜਿਹੜੇ ਅੱਜ ਪਹਿਲਾਂ ਆਗੂ ਸਹਿਯੋਗ ਕਰਨਗੇ ਤੇ ਬਾਅਦ ਦੇ ਵਿੱਚ ਆਗੂ ਵੀ ਬਣ ਜਾਣਗੇ। ਪਰ ਮੈਂ ਅੱਜ ਗੱਲ ਕਰਨੀ ਚਾਹੁੰਦਾ ਜੀ। ਤੁਹਾਡਾ ਧੰਨਵਾਦ ਜੀ, ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ ਆ ਅਕਾਲ ਖਾਲਸਾ ਨਿਊਜ਼ ਨੂੰ। ਮੈਂ ਇਸ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਆਪ ਜੀ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਲੰਮਾ ਸਮਾਂ ਸੰਘਰਸ਼ ਜਿਹੜਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਵੱਲੋਂ ਲੜਿਆ ਗਿਆ ਆ, ਉਹਦੇ ਉੱਤੇ ਪਹਿਲੀ ਜਿਹੜੀ ਸਾਡੀ ਮੰਗ ਰਹੀ ਸੀਗੀ ਕਿ ਜਿਹੜੇ 3 ਕਾਨੂੰਨ ਸਰਕਾਰ ਨੇ ਬਣਾਏ ਆ, ਉਹ ਕਾਨੂੰਨ ਜਿਹੜੇ ਆ ਵਾਪਸ ਲੈ ਲਏ ਜਾਣ। ਅਤੇ ਇਹ ਜਿਹੜੇ ਕਾਨੂੰਨ ਆ, ਇਹ ਸਾਡੇ ਕਿਸਾਨਾਂ ਵਾਸਤੇ ਬੜੇ ਘਾਤਕ ਕਾਨੂੰਨ ਆ। ਉਹ ਕਾਨੂੰਨ ਜਿਹੜੇ ਆ ਭਾਰਤ ਦੀ ਭਾਜਪਾ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜਿਹੜੇ ਵਾਪਸ ਲੈ ਲਏ ਗਏ ਨੇ, ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਜੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਾਹਿਰਾਂ ਦੀ ਜਿਹੜੀ ਰਾਇ ਲਈਏ ਤਾਂ ਇਹ ਕਾਨੂੰਨ ਜਿਹੜੇ ਨੇ, ਜਿਹੜਾ ਉਹਦਾ ਤਰੀਕਾ ਸੀ, ਕਾਨੂੰਨ ਬਣਾਏ ਤਾਂ ਗਏ, ਜਿਹੜਾ ਉਹਦਾ ਤਰੀਕਾ ਸੀ ਉਹੀ ਗਲਤ ਸੀ। ਕਿਉਂਕਿ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵੱਲੋਂ ਲੜਾਈ ਆਰੰਭੀ ਗਈ ਸੀ ਨਾ, ਲਗਭਗ ਇਹ ਉਹਦੇ ਸਿੱਟੇ ਨੇ ਕਿ ਜੇ ਅਸੀਂ ਉਦੋਂ ਸਾਰਿਆਂ ਲੋਕਾਂ ਨੇ ਇਸ ਤਰ੍ਹਾਂ ਸੰਤਾਂ ਦਾ ਸਾਥ ਦਿੱਤਾ ਹੁੰਦਾ ਤੇ ਮੇਰੇ ਖਿਆਲ 'ਚ ਸ਼ਾਇਦ ਇਹ ਹੋਣੀ ਜਿਹੜੀ ਅੱਜ ਇਹ ਨਾ ਵਾਪਰਦੀ, ਜਿਹਦੇ ਵਿੱਚ 700 ਤੋਂ ਵੱਧ ਜਾਨਾਂ ਗਈਆਂ ਨੇ ਜਾਂ ਹੋਰ ਜਾਨੀ ਮਾਲੀ ਨੁਕਸਾਨ ਬਹੁਤ ਵੱਡਾ ਹੋਇਆ ਆ। ਉਹਦਾ ਕਾਰਨ ਇਹ ਹੈ ਕਿ ਸੈਂਟਰ 'ਚ ਸਰਕਾਰ ਬੀਜੇਪੀ ਦੀ ਹੋਵੇ ਅਤੇ ਜਾਂ ਉਹ ਕਿਸੇ ਦੀ ਵੀ ਦੂਜੀ ਧਿਰ ਦੀ ਹੋਵੇ, ਕਾਂਗਰਸ ਦੀ ਹੋਵੇ ਜਾਂ ਕੋਈ ਵੀ, ਉਹਦੇ ਲਈ ਪੰਜਾਬ ਇੱਕ ਸਪੈਸ਼ਲ ਕੀਤਾ ਆ। ਬਿਲਕੁਲ। ਬਾਕੀ ਦੇਸ਼ ਅਲੱਗ ਆ ਅਤੇ ਪੰਜਾਬ ਅਲੱਗ ਆ। ਉਹਦਾ ਵੱਡਾ ਕਾਰਨ ਇਹ ਹੈ ਕਿ ਜਿੰਨੀਆਂ ਵੀ ਇਸ ਖਿੱਤੇ 'ਚ ਲੋਕ ਰਹਿੰਦੇ ਨੇ ਭਾਰਤ ਦੇ ਵਿੱਚ, ਉਹ ਇਹਨੂੰ ਇੱਕ ਨੇਸ਼ਨ ਮੰਨਦੇ ਨੇ। ਬਹੁਤ ਲੋਕ ਸਿੱਖ ਇਹਨੂੰ ਇੱਕ ਨੇਸ਼ਨ ਨਹੀਂ ਮੰਨਦੇ ਹੈਗੇ। ਸਭ ਤੋਂ ਵੱਡੀ ਗੱਲ ਇਹ ਆ, ਸਿੱਖਾਂ ਦੀ ਇੱਥੇ ਲੜਾਈ ਵੱਖਰੀ ਹੋ ਜਾਂਦੀ ਹੈ। ਇਸ ਕਰਕੇ ਮੈਂ ਕਿਹਾ ਕਿ ਅਸੀਂ ਇਹਦੇ ਸਹਿਯੋਗੀ ਹਾਂ। ਸਿੱਖਾਂ ਦੀ ਜਿਹੜੀ ਲੜਾਈ ਆ, ਸਿੱਖ ਕਹਿੰਦੇ ਨੇ ਕਿ ਦਿੱਲੀ ਜਿਹੜੀ ਆ ਉਹ ਸਿੱਖਾਂ ਦੀ ਦੁਸ਼ਮਣ ਬਣੀ ਆ, ਉਹਨੇ ਬੜੇ ਵੱਡੇ ਜ਼ੁਲਮ ਕੀਤੇ ਨੇ। ਇਸ ਕਰਕੇ ਸਿੱਖਾਂ ਦੀ ਲੜਾਈ ਅਲੱਗ ਆ। ਪਰ ਫਿਰ ਵੀ ਇਸ ਖਿੱਤੇ ਦੇ ਵਿੱਚ ਜਦੋਂ ਵੀ ਜਿਹੜਾ ਮਜ਼ਲੂਮ ਧਿਰ ਹੁੰਦੀ ਆ, ਜਿਹੜੀ ਪੀੜਤ ਧਿਰ ਆ, ਖਾਲਸਾ ਉਹਦੇ ਨਾਲ ਖੜਿਆ ਆ ਅਤੇ ਐਤਕੀ ਵੀ ਗੱਡ ਕੇ ਖਾਲਸੇ ਨੇ ਉਹਦਾ ਸਾਥ ਦਿੱਤਾ ਆ। ਹਾਲਾਂਕਿ ਸਾਡੀ ਲੜਾਈ ਦਿੱਲੀ ਨਾਲ, ਜਿਹੜੀ ਸਿੱਖ ਪੰਥ ਦੀ ਲੜਾਈ ਆ, ਉਹ ਬਹੁਤ ਹੀ ਵੱਖਰੀ ਅਤੇ ਨਿਰਾਲੀ ਆ। ਕਿਉਂਕਿ ਪਿਛਲੇ ਜਿਹੜੇ ਦਹਾਕਿਆਂ ਦੇ ਵਿੱਚ ਜਿਹੜੀ ਜੰਗ ਲੜੀ ਗਈ ਆ, ਜਿਹੜੀ ਲੜਾਈ ਲੜੀ ਗਈ ਆ ਪੰਜਾਬ ਦੀ ਧਰਤੀ ਦੇ ਉੱਤੇ, ਉਹ ਇੱਕ ਖੁੱਸੇ ਹੋਏ ਸਿੱਖ ਰਾਜ ਲਈ ਅਤੇ ਇੱਕ ਵੱਖਰੀ ਸਟੇਟ ਲਈ ਲੜੀ ਗਈ ਆ। ਪੰਜਾਬ ਇੱਕ ਕੰਟਰੀ ਦੇ ਤੌਰ ਦੇ ਉੱਤੇ ਲੜੀ ਗਈ ਆ। ਉਹਦੇ ਵੱਡੇ ਮਾਇਨੇ ਨੇ। ਅਤੇ ਬਾਕੀ ਜਿਹੜੇ ਲੋਕ ਨੇ, ਉਹਨਾਂ ਨੂੰ ਦਿੱਲੀ ਨਾਲ ਨਾਰਾਜ਼ਗੀਆਂ ਨੇ, ਦਿੱਲੀ ਨਾਲ ਗਿਲੇ ਨੇ ਕਿ ਇਹ ਕਾਨੂੰਨ ਕਿਉਂ ਬਣਾਏ, ਵਾਪਸ ਲੈ ਲਓ, ਇੱਕ ਇੱਦਾਂ ਦੀਆਂ ਗੱਲਾਂ ਨੇ। ਸਾਡੇ ਇਹ ਰੌਲੇ ਵੱਖਰੇ ਨੇ। ਫਿਰ ਵੀ ਸਿੱਖਾਂ ਨੇ ਗੱਡ ਕੇ ਉਹਦੇ 'ਚ ਸਹਿਯੋਗ ਕੀਤਾ ਆ। ਜੇ ਕੋਈ ਸਮਝੇ ਵੀ ਇਹ ਕਿਸੇ ਇੱਕ ਧਿਰ ਕਰਕੇ ਇਹ ਕਾਨੂੰਨ ਵਾਪਸ ਹੋਏ ਨੇ, ਅਤੇ ਇੰਟਰਨੈਸ਼ਨਲ ਜਿਹੜਾ ਹੁਣ ਸਮੀਕਰਨ ਹੈ ਇਸ ਟਾਈਮ, ਜਿਹੜਾ ਮਾਹੌਲ ਆ, ਉਹਦੇ ਪਿੱਛੇ ਵੱਡੀ ਗੱਲ ਆ। ਇੱਕ ਤੁਸੀਂ ਦੇਖੋਗੇ, ਜਿਹੜੀ ਜਗਬਾਣੀ ਵਰਗੀ ਅਖਬਾਰ ਆ, ਜਿਹੜੀ ਕਦੀ ਵੀ ਸਿੱਖਾਂ ਦੇ ਹੱਕ 'ਚ ਲਿਖੀ ਨਹੀਂ, ਈਵਨ ਪੰਜਾਬ ਦੇ ਹੱਕ 'ਚੋਂ ਕਦੀ ਨਹੀਂ ਖੜੀ, ਪੰਜਾਬੀ ਦੇ ਹੱਕ 'ਚ ਕਦੀ ਨਹੀਂ ਖੜੀ ਹੈਗੀ। ਸਿੱਖਾਂ ਦੀ ਤਾਂ ਗੱਲ ਹੀ ਇੱਕ ਅਲੱਗਾ ਆ। ਉਹਨਾਂ ਨੇ ਹਿੰਦੀ ਨੂੰ ਤਰਜੀਹ ਦਿੱਤੀ ਆ। ਭਾਸ਼ਾ ਦੇ ਉੱਤੇ ਸਾਡੀ 'ਤੇ ਬੜੇ ਵੱਡੇ ਜ਼ੁਲਮ ਕੀਤੇ ਨੇ। ਉਹੋ ਜਿਹੀਆਂ ਜਿਹੜੀਆਂ ਅਖਬਾਰਾਂ ਰਹੀਆਂ ਨੇ ਪੰਜਾਬ ਦੇ ਵਿੱਚ, ਤਾਂ ਉਹਨਾਂ ਨੇ ਵੀ ਇਹ ਲਿਖਿਆ ਕਿ ਖੇਤੀ ਬਿੱਲ ਵਾਪਸ ਹੋਣ ਦਾ ਉਹਨਾਂ ਨੇ ਕਿਹਾ ਵੀ ਇੱਕ ਇੱਦਾਂ ਕਾਰਨ ਨੇ, ਵੀ ਇਹਦਾ ਇੱਕ ਕਾਰਨ ਨਹੀਂ ਹੈਗਾ। ਤੁਸੀਂ ਮੇਨ ਮੁੱਖ ਕਾਰਨ ਕਿਹੜਾ ਸਮਝਦੇ? ਨਹੀਂ, ਇੱਕ ਮੁੱਖ ਕਾਰਨ ਨਹੀਂ ਹੈਗਾ ਜੀ। ਜਦੋਂ ਇਸ ਦੇਸ਼ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀਗੀ, ਉਹਨੇ ਵੀ ਬਹੁਤ ਜ਼ਿਆਦਾ ਇਹ ਕਿਹਾ ਸੀ ਕਿ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ, ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਆ, ਸਿੱਖਾਂ ਨਾਲ ਨਹੀਂ ਲੜਾਈ ਕਰਨੀ, ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਆ। ਪਰ ਸਿੱਖਾਂ ਨੇ ਜਿਹੜੇ ਪੂਰੇ ਦੇਸ਼ ਦੇ ਜਿਹੜੇ ਹੱਕ ਦੀ ਗੱਲ ਕੀਤੀ ਕਿ ਮਜ਼ਲੂਮਾਂ ਦੇ ਨਾਲ ਖਾਲਸਾ ਖੜ੍ਹਦਾ ਆ, ਅਤੇ ਉਦੋਂ ਵੀ ਉਹ ਖੜ੍ਹੇ। ਪਰ ਉਹਦੇ 'ਚ ਵੀ ਲੜਾਈ ਪੰਜਾਬ ਨੇ ਲੜੀ, ਬਾਕੀ ਕਿਸੇ ਨੇ ਨਹੀਂ ਸਾਥ ਦਿੱਤਾ ਹੈਗਾ। ਹੁਣ ਗੱਲ ਇੱਥੇ ਇਹ ਆਉਂਦੀ ਆ ਕਿ ਸਮੀਕਰਨ ਇਹ ਨੇ ਕਿ
ਜਿਹੜਾ ਜਿਹਨੂੰ ਤਾਲਿਬਾਨੀ ਕਹਿੰਦੇ ਨੇ, ਇਹ ਟੈਰਰਿਸਟ ਕਹਿੰਦੇ ਨੇ, ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਸਰਕਾਰ ਵਾਪਸ ਜਿਹੜੀ ਉੱਥੇ ਬਣੀ ਆ, ਉਹਦਾ ਬਹੁਤ ਵੱਡਾ ਰੋਲ ਆ ਉਸ ਖਿੱਤੇ ਦੇ ਵਿੱਚ। ਕਿਸੇ ਜੁਝਾਰੂ ਧਿਰ ਨੇ ਵਾਪਸੀ ਕਰਨੀ ਆਪਣੇ ਰਾਜ ਦੇ ਵਿੱਚ, ਤਾਂ ਉਹਨਾਂ ਧਿਰਾਂ ਨੇ ਇੱਥੇ ਪੰਜਾਬ ਦੀ ਧਰਤੀ 'ਤੇ ਵੀ ਜਿਹੜੀ ਜੰਗ ਲੜੀ ਗਈ ਆ। ਲਗਭਗ ਜਿਹੜੇ ਲੋਕ ਕਿਸੇ ਸਟੇਟ ਨਾਲ ਲੜਦੇ ਨੇ ਜਾਂ ਜ਼ੁਲਮ ਦੇ ਖਿਲਾਫ ਲੜਦੇ ਨੇ, ਉਹ ਲੜਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੀ ਆਪੇ 'ਚ ਸਾਂਝ ਇਹ ਹੁੰਦੀ ਹੈ ਕਿ ਉਹਨਾਂ ਦੇ ਦੁਸ਼ਮਣ ਇੱਕ ਹੁੰਦੇ ਨੇ, ਅਤੇ ਇੱਕ ਤਰ੍ਹਾਂ ਦੀ ਉਹਨਾਂ ਦੀ ਲੜਾਈ ਹੁੰਦੀ ਆ, ਥੋੜ੍ਹਾ ਬੜਾ ਫਰਕ ਹੁੰਦਾ ਆ। ਇਸ ਕਰਕੇ ਉਹਨਾਂ ਦੀ ਸਰਕਾਰ ਬਣਾਉਣੀ ਇੱਕ ਕਾਰਨ ਇਹ ਆ। ਦੂਜਾ ਵੱਡਾ ਕਾਰਨ ਇਹ ਆ ਕਿ ਚੀਨ ਨੇ ਸਰਹੱਦਾਂ ਦੇ ਉੱਤੇ ਆਰਮੀ ਲਾਈ। ਸਭ ਤੋਂ ਵੱਡਾ ਕਾਰਨ, ਜਿਹਨੂੰ ਸਭ ਤੋਂ ਪ੍ਰਮੁੱਖ ਕਾਰਨ ਹੈ, ਉਹ ਇਹ ਆ ਕਿ ਜਿਹੜੀਆਂ ਵੋਟਾਂ ਪਈਆਂ ਨੇ, ਬਾਹਰ ਰੈਫਰੈਂਡਮ ਵਾਲੀਆਂ, ਹਾਂਜੀ ਹਾਂ, ਜਿਹੜੀਆਂ ਵੋਟਾਂ ਪਈਆਂ ਨੇ, ਕਿਉਂਕਿ ਸਿੱਖਾਂ ਦੀਆਂ ਹੋਰ ਕਿਤੇ ਵੋਟਾਂ ਨਹੀਂ ਪਈਆਂ ਹੈਗੀਆਂ, ਤਾਂ ਇਸ ਕਰਕੇ ਉਹ ਇਹ ਮੈਂ ਜਿਹੜੀ ਗੱਲ ਕਹਿ ਰਿਹਾ, ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਪੰਜਾਬ ਦੀ ਇੱਕ ਪੰਜਾਬੀ ਅਖਬਾਰ ਨੇ ਉਸ ਦਿਨ ਫਰੰਟ ਪੇਜ ਜਿਹੜਾ ਹੁੰਦਾ ਉਹਦੇ ਦੂਜੇ ਪੇਜ ਦੇ ਉੱਤੇ ਇੱਕ ਡੱਬੀ ਨੁਮਾ ਖਬਰ ਲਾਈ ਸੀ ਕਿ ਜਿਹੜੇ ਇਹ ਵਾਪਸ ਹੋਏ ਨੇ ਬਿੱਲ, ਇਹਨਾਂ ਦਾ ਇੱਕ ਕਾਰਨ ਇਹ ਵੀ ਆ, ਜਿਹੜੀਆਂ ਵੋਟਾਂ ਪਈਆਂ ਨੇ ਇੰਗਲੈਂਡ ਦੇ ਵਿੱਚ, ਜਿਹੜੀਆਂ ਇਹਨੂੰ ਮੰਨਿਆ ਜਾ ਰਿਹਾ ਆ, ਉਹਨੂੰ ਕਾਰਨ ਮੰਨਿਆ ਜਾ ਰਿਹਾ ਆ। ਆਰਮੀ ਦੇ ਵਿੱਚ ਪਹਿਲੀ ਵਾਰੀ 1947 ਤੋਂ ਬਾਅਦ ਜਦੋਂ ਕੋਈ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਪਰੇਡ ਲੈਣ ਜਾਂਦਾ ਆ ਜਾਂ ਉਹਨਾਂ ਕੋਲ ਜਾਂਦਾ, ਅਤੇ ਉੱਥੇ ਸਦਾ ਹੀ ਜੈ ਜਵਾਨ ਜੈ ਕਿਸਾਨ, ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਦੇ ਸਬੂਤ, ਜੈ ਵੋ। ਪਰ ਪਹਿਲੀ ਵਾਰੀ ਸਿੱਖ ਫੌਜੀਆਂ ਨੇ ਉੱਥੇ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦੇ ਨਾਅਰਿਆਂ ਨਾਲ ਗੁੰਜਾ ਦਿੱਤਾ ਉਹ ਮਾਹੌਲ ਜਿਹੜਾ ਸੀ। ਅਤੇ ਆਰਮੀ ਬਹੁਤ ਐਂਗਲਾਂ ਤੋਂ ਦੇਖਦੀ ਆ ਕਿ ਇਹਨਾਂ ਦੇ ਮਾਂ ਪਿਓ ਉੱਥੇ ਬੈਠੇ ਨੇ, ਤਾਂ ਇਹ ਇੱਥੇ ਅੱਜ ਬੋਲੇ ਸੋ ਨਿਹਾਲ ਦਾ ਜਪਣ ਦਾ ਕਾਰਨ ਜਾਂ ਉਹਦਾ ਨਾਅਰਾ ਲਾਉਣ ਦਾ ਕਾਰਨ ਉਹ ਸੰਘਰਸ਼ ਹੈ ਇੱਕ ਬਹੁਤ ਵੱਡਾ। ਅਤੇ ਸਿੱਖਾਂ ਨਾਲ ਜੇ ਕੋਈ ਵੀ ਇੱਦਾਂ ਦੀ ਇਹਨਾਂ ਨੂੰ ਵਾਪਸ ਨਹੀਂ ਲੈ ਜਾਂਦੇ, ਅਤੇ ਲਗਭਗ ਜਿਹੜੇ ਸਿੱਖ ਨੇ ਇੰਟਰਨੈਸ਼ਨਲ ਖਿੱਤੇ ਦੇ ਵਿੱਚ ਹੁਣ ਆਪਣੀ ਜਿਹੜੀ ਧਾਕ ਜਮਾਈ ਹੋਈ ਆ, ਉਹਨਾਂ ਦੇ ਕਿਤੇ ਮੰਤਰੀ ਨੇ, ਕੋਈ ਡਿਫੈਂਸ ਮੰਤਰੀ ਆ, ਸਾਰੀ ਦੁਨੀਆ ਦੇ ਵਿੱਚ ਸਿੱਖ ਖਿਲਰੇ ਹੋਏ ਨੇ, ਅਤੇ ਵੋਟਾਂ ਸਾਰੀ ਦੁਨੀਆ 'ਚ ਪੈਣੀਆਂ ਨੇ। ਉਹਦੇ ਲਈ ਭਾਰਤ ਸਰਕਾਰ ਚਾਹੁੰਦੀ ਆ ਕਿ ਸਿੱਖਾਂ ਨਾਲ ਕਿਸੇ ਵੀ ਕਿਸਮ ਦੀ ਨਾਰਾਜ਼ਗੀ ਜਿਹੜੀ ਆ ਉਹ ਨਾ ਕੀਤੀ ਜਾਵੇ। ਅਤੇ ਇਸ ਲੜਾਈ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜਾ ਆ, ਬੇਸ਼ੱਕ ਉਹਦੇ ਜਿਹੜਾ ਅਗਲਾ ਦਸਤਾ ਸੀਗਾ, ਭਾਵੇਂ ਉਹ 32 ਕਿਸਾਨ ਜਥੇਬੰਦੀਆਂ ਸਨ, ਹਰਿਆਣਾ ਵੀ ਉਹਦੇ 'ਚ ਆਇਆ, ਹੋਰ ਸਟੇਟਾਂ ਵੀ ਆਈਆਂ। ਮੈਂ ਇਹੋ ਹੀ ਗੱਲ ਪੁੱਛਣੀ ਚਾਹੁੰਦੀ ਸੀਗੀ, ਸਵਾਲ ਵੀ ਸੀਗਾ ਮੇਰਾ ਇਹੋ ਹੀ ਕਿ ਜਿਹੜੀ ਗੱਲ ਤੁਸੀਂ ਦੱਸੀ ਹੈ, ਬਿਲਕੁਲ ਬਖਸ਼ੀਸ਼ ਸਿੰਘ ਜੀ ਬਹੁਤ ਵਧੀਆ ਗੱਲ ਦੱਸੀ ਆ ਕਿ ਸਿੱਖਾਂ ਦਾ ਪ੍ਰਭਾਵ ਜਿਹੜਾ ਆ ਇੰਟਰਨੈਸ਼ਨਲ ਪੱਧਰ ਉੱਤੇ ਬਹੁਤ ਜ਼ਿਆਦਾ ਪਕੜ ਬਣੀ ਆ। ਉਸ ਪਕੜ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਮਝਿਆ ਆ ਕਿ ਅਸੀਂ ਸਿੱਖਾਂ ਦੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਨਾਰਾਜ਼ਗੀ ਜਿਹੜੀ ਨਹੀਂ ਲੈਣੀ, ਇਹ ਕਾਨੂੰਨ ਵਾਪਸ ਲੈ ਲਏ ਜਾਣ। ਪਰ ਮੇਰਾ ਜਿਹੜਾ ਅਗਲਾ ਸਵਾਲ ਇਹੋ ਹੀ ਸੀਗਾ ਕਿ ਪਰ ਫਰੰਟ ਦੇ ਵਿੱਚ ਜਿਹੜੀਆਂ 32 ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਕਾਮਰੇਡ ਵੀ ਸ਼ਾਮਲ ਰਹੇ ਨੇ, ਤੇ ਉਹ ਰਹੇ ਨੇ, ਲੋਕਾਂ ਦੇ ਵਿੱਚ ਉਹਨਾਂ ਦੀ ਗੱਲ ਜਾ ਰਹੀ ਸੀ। ਨਹੀਂ, ਵੇਖੋ ਇਹਦੇ 'ਚ ਕਿਸੇ ਇੱਕ ਦੀ ਗੱਲ ਨਹੀਂ ਜਾਣੀ ਹੈਗੀ। ਨੌਜਵਾਨ ਆਗੂ ਜਿਹੜਾ ਦੀਪ ਸਿੱਧੂ ਸੀ, ਉਹ ਵਾਰ-ਵਾਰ ਇਹ ਗੱਲ ਕਹਿੰਦਾ ਸੀ ਕਿ ਐਡਾ ਵੱਡਾ ਸੰਘਰਸ਼ ਕਿਸੇ ਬੰਦੇ ਕਰਕੇ ਨਹੀਂ ਚੱਲ ਰਿਹਾ, ਇਹਦੇ ਉੱਤੇ ਅਕਾਲ ਪੁਰਖ ਦੀ ਰਹਿਮਤ ਆ, ਗੁਰੂਆਂ ਦੀ ਰਹਿਮਤ ਆ, ਇਸ ਕਰਕੇ ਇਹ ਸੰਘਰਸ਼ ਚੱਲ ਰਿਹਾ ਹੈ। ਤੁਸੀਂ ਦੇਖੋ ਕਿ ਜਿੱਥੇ ਤੁਸੀਂ ਸ਼ੁਰੂ ਹੋਣਾ ਉੱਥੇ ਸਭ ਤੋਂ ਪਹਿਲਾਂ ਕਿਸੇ ਪਿੰਡ ਦਾ ਇੱਕ ਨਾਂ ਲਿਖਿਆ ਹੋਇਆ, ਅਤੇ ਉੱਤੇ ਇੱਕ ਕੇਸਰੀ ਝੰਡਾ ਨਿਸ਼ਾਨ ਲੱਗਾ ਹੈ, ਉਹਦੇ ਨਾਲ ਜਿਹੜਾ ਆ ਉਹ ਕਿਸਾਨੀ ਝੰਡਾ ਲੱਗਾ ਹੋਇਆ, ਤੇਗ ਫਤਿਹ, ਸੰਤ ਜਰਨੈਲ ਸਿੰਘ ਦੀ ਪਿੰਡਾਂ ਦੀ ਫੋਟੋ ਲੱਗੀ ਆ। ਅਤੇ ਇੱਥੋਂ ਤੱਕ ਕਿ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਦੇ ਮਤਲਬ ਕਿ ਵੱਡੇ ਇੱਕ ਬੋਰਡ ਦੇ ਉੱਥੇ ਸੁਖਦੇਵ ਸਿੰਘ ਬੱਬਰ, ਸ਼ਹੀਦ ਸੁਖਦੇਵ ਸਿੰਘ ਬੱਬਰ ਦੀ ਫੋਟੋ ਲੱਗੀ ਹੋਈ ਆ, ਵੱਡੇ ਉੱਥੇ ਨਿਸ਼ਾਨ ਸਭ ਲੱਗੇ ਹੋਏ, ਟਰਾਲੀਆਂ ਟਰੈਕਟਰਾਂ ਦੇ ਉੱਤੇ ਨਿਸ਼ਾਨ ਸਭ ਲੱਗੇ ਹੋਏ ਨੇ। ਅਤੇ ਪਹਿਲੇ ਮੋਰਚੇ ਤੋਂ ਲੈ ਕੇ ਟੈਂਟ ਤੋਂ ਲੈ ਕੇ ਐਂਡ ਵਾਲੇ ਟੈਂਟ ਤੱਕ ਜਿਹੜੀ ਵੱਡੀ ਗੱਲ ਤੁਹਾਡਾ ਨਜ਼ਾਰਾ ਵੇਖਣ ਨੂੰ ਮਿਲੂਗਾ, ਲੰਗਰ ਸਾਰੇ, ਮੈਡੀਕਲ ਸੇਵਾਵਾਂ ਸਾਰੀਆਂ, ਠੀਕ ਹੈ ਜੀ, ਇਹ ਸਾਰੀਆਂ ਟੋਟਲੀ ਸਿੱਖ ਸੰਸਥਾਵਾਂ ਦੀਆਂ ਸਨ। ਇਹਦੇ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਲੰਗਰਾਂ ਪੱਖੋਂ। ਅਤੇ ਜਿਹੜੀਆਂ ਉੱਥੇ ਰੋਜ਼ਮਰਾ ਦੀ ਜਿਹੜੀ ਸਿੱਖ ਸਹੂਲਤ ਸੀ, ਉਹਦੇ ਲਈ ਖਾਲਸਾ ਏਡ ਭਾਈ ਰਵੀ ਸਿੰਘ ਹੋਣਾ ਨੇ, ਤੁਸੀਂ ਇਹ ਦੇਖੋ ਕਿ ਨਹੁੰ ਕੱਟਣੀ ਤੋਂ ਲੈ ਕੇ ਤੇ ਕੰਘੇ ਤੱਕ, ਉਹਨਾਂ ਹਰ ਚੀਜ਼ ਉੱਥੇ ਜ਼ਰੂਰਤ ਦੀ ਜਿਹੜੀ ਸੀ ਲੋਕਾਂ ਨੂੰ ਦਿੱਤੀ, ਬਿਨਾਂ ਭੇਦਭਾਵ ਦੇ। ਬਿਲਕੁਲ ਜੀ, ਜਿਹੜੀ ਗੱਲ ਤੁਸੀਂ ਦੱਸੀ ਆ ਬਿਲਕੁਲ ਠੀਕ ਆ। ਪਰ ਹੁਣ ਜਦੋਂ 3 ਕਾਨੂੰਨ ਜਿਹੜੇ ਵਾਪਸ ਹੋ ਗਏ, ਹੁਣ ਆ ਕੇ ਨਵੀਂ ਅੱਗੇ ਹੋਰ ਜਿਹੜੀਆਂ ਮੰਗਾਂ ਰੱਖ ਦਿੱਤੀਆਂ ਗਈਆਂ ਆ, ਤੇ ਇਹਦੇ ਤੋਂ ਸੰਘਰਸ਼ ਦੀ ਰੂਪਰੇਖਾ ਜਿਹੜੀ ਅੱਗੇ ਕਿੱਧਰ ਨੂੰ ਜਾਊਗੀ? ਨਹੀਂ, ਇਹ ਤਾਂ ਕਾਮਰੇਡਾਂ ਦਾ ਸੁਭਾਅ ਆ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਵੀ ਇਹ ਗੱਲ ਚੰਗੀ ਨਹੀਂ ਹੋਈ ਗੁਰੂ ਨਾਨਕ ਸਾਹਿਬ ਦੇ ਪੁਰਬ 'ਤੇ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ। ਰੁਲਦੂ ਸਿੰਘ ਮਾਨਸਾ ਨੇ ਬੜੇ
ਭੈੜੇ ਤਰੀਕੇ ਨਾਲ ਇਹ ਗੱਲ ਕੀਤੀ। ਜਗਤ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ ਉਹਨਾਂ ਨੂੰ ਇਹ ਜਿਹੜੀ ਜਿੱਤ ਸੀ ਇਹਦੇ ਉੱਤੇ ਮਤਲਬ ਹਾਂ ਜਿਹੜੀਆਂ ਇਹ ਗੱਲਾਂ ਸਾਨੂੰ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਤੇ ਉਹਨਾਂ ਨੇ ਕਿਹਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰਾ ਇਹ ਕਹਿਣਾ ਆ ਕਿ ਕੀ ਕਿਸਾਨੀ ਧਰਮੀ ਨਹੀਂ ਹਨ? ਜਦ ਹੈ ਹੀ ਧਰਮੀ ਨੇ ਤੇ ਉਹਨਾਂ ਨੂੰ ਧਰਮ ਤੋਂ ਵੱਖ ਕਿਵੇਂ ਕੀਤਾ ਜਾ ਸਕਦਾ? ਰੰਗਤ ਦੇਣ ਵਾਲੀ ਇਹ 'ਚ ਕਿਹੜੀ ਗੱਲ ਸੀ? ਤੁਸੀਂ ਫਤਿਹ ਤੋਂ ਸ਼ੁਰੂ ਕਰਦੇ ਹੋ, ਜਕਾਰੇ ਲਾਉਂਦੇ ਹੋ, ਪਾਠੀ ਤੁਹਾਡਾ ਸਵੇਰੇ ਸ਼ਾਮ ਪਾਠ ਕਰਦਾ ਉੱਥੇ, ਤੁਸੀਂ ਸਟੇਜ ਦੇ ਉੱਤੇ ਧਾਰਮਿਕ ਰੰਗਤ ਕਿਉਂ ਦਿੰਦੇ ਹੋ? ਜੇ ਤੁਸੀਂ ਕੋਈ ਹੋਰ ਵੀ ਝੰਡਾ ਲਾਉਂਦੇ ਹੋ ਤਾਂ ਵੀ ਉਹ ਕਿਸੇ ਨਾ ਕਿਸੇ ਨਾਲ ਰਿਲੇਟਡ ਹੀ ਆ। ਹੁਣ ਇੱਥੇ ਹੀ ਮੈਂ ਹੁਣ ਅਗਲੀ ਗੱਲ ਵੀ ਨਾਲ ਹੀ ਤੋਰਨੀ ਚਾਹੁੰਦਾ ਆ ਕਿ ਜਿਸ ਤਰ੍ਹਾਂ ਅੱਜ ਉੱਥੇ ਕਿਸਾਨੀ ਦੇ ਜਿਹੜੇ 3 ਕਾਨੂੰਨ ਸੀਗੇ ਉਹ ਸਰਕਾਰ ਨੇ ਵਾਪਸ ਲੈ ਲਏ। ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਤੇ ਨਾਲ ਇਹਦੇ ਹੋਰ ਸੂਬਿਆਂ ਦੀਆਂ ਇਲੈਕਸ਼ਨ ਵੀ ਜਿਹੜੀਆਂ ਉਹ ਆਉਣ ਵਾਲੀਆਂ ਨੇ। ਉਹਦੇ ਵਿੱਚ ਅਸੀਂ ਕੀ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਅਖੌਤੀ ਜਥੇਬੰਦੀਆਂ, ਜਿਹੜੀਆਂ ਅਖੌਤੀ ਪਾਰਟੀਆਂ ਕਹਿ ਲੈਂਦੇ ਆ, ਜਿਹੜੀਆਂ ਪੰਜਾਬ ਦੇ ਨਾਲ ਸੰਬੰਧਿਤ ਨਹੀਂ ਗਈਆਂ, ਜਿਸ ਤਰ੍ਹਾਂ ਵੱਖੋ ਵੱਖਰੀਆਂ ਜਥੇਬੰਦੀਆਂ ਨੇ, ਪਰ ਲੋਕਾਂ ਦਾ ਜਿਹੜੀ ਆਮ ਪਬਲਿਕ ਆ ਉਹਨਾਂ ਦਾ ਜਿਹੜਾ ਮਾਨਸਿਕ ਸੰਤੁਲਨ ਜਿਹੜਾ ਹੈ ਉਹ ਫਿਰ ਉੱਥੇ ਦਾ ਉੱਥੇ ਹੀ ਖੜਾ ਆ। ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਉਹਦੇ ਲਈ ਮੈਂ ਤਾਂ ਸੋਚਦਾ ਕਿ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਸਾਰੇ ਰਲ ਕੇ ਉਹਨਾਂ ਨੇ ਇੱਕ ਟੀਮ ਬਣਾਉਣੀ ਚਾਹੀਦੀ ਹੈ। ਟੀਮ ਬਣਾ ਕੇ ਉਹਨਾਂ ਨੂੰ ਚਾਹੀਦਾ ਹੈ ਕਿ ਬਿਲਕੁਲ ਸਹੀ ਪੱਖ, ਅਸਲ ਗੱਲ ਤਾਂ ਇਹ ਆ ਕਿ ਜਿਹੜੀ ਚਾਹੇ ਆਪਾਂ ਕਹਿੰਦੇ ਆ ਵੀ ਸੁਖਬੀਰ ਬਾਦਲ ਬੇਈਮਾਨ, ਮਜੀਠੀਆ ਬੇਈਮਾਨ, ਫਲਾਣਾ ਵੀ ਬੇਈਮਾਨ, ਦੂਜਾ ਵੀ ਬੇਈਮਾਨ, ਜਿਹੜੀ ਅਸਲ ਗੱਲ ਹੈ ਉਹ ਪਤਾ ਕੀ ਹੈ ਜੀ? ਜਿਹਨੂੰ ਮਰਜ਼ੀ ਤੁਸੀਂ ਬਣਾ ਲਓ, ਜਿਹਨੂੰ ਮਰਜ਼ੀ MLA ਬਣਾ ਲਓ, ਉਹ ਕਰ ਨਹੀਂ ਸਕਦਾ ਕੁਛ। ਉਹ ਹੁਣ ਗੈਰਤਮੰਦ ਤਰੀਕੇ ਦੇ ਨਾਲ ਲੇਲੜੀਆਂ ਕੱਢਦਾ ਆ ਤੇ ਜਾਂ ਲੇਲੜੀਆਂ ਉਸ ਤਰ੍ਹਾਂ ਹੀ ਕੱਢਦਾ ਆ। ਕੱਢਣੀਆਂ ਉਹਨੂੰ ਲੇਲੜੀਆਂ ਪੈਣੀਆਂ ਨੇ ਕਿਉਂਕਿ ਸੈਂਟਰ ਨੇ ਸਭ ਕੁਝ ਆਪਣੇ ਹੱਥ 'ਚ ਕਰ ਲਿਆ ਹੈ। ਇਸ ਕਰਕੇ ਤੁਹਾਡੀ ਚੌਕੀਦਾਰ ਜਿੰਨੀ ਵੀ ਵਕਤ ਨਹੀਂ ਹੈਗੀ ਤਾਂ ਤੁਸੀਂ ਪੰਜਾਬ ਨੂੰ ਲੈ ਕੇ ਕੀ ਦਿਓਗੇ? ਬਿਲਕੁਲ, ਮੈਂ ਤੁਹਾਡੀ ਮੈਂ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਬਿਲਕੁਲ ਕਿ ਸੈਂਟਰ ਸਰਕਾਰ ਨੇ ਸਾਰਾ ਕੁਝ ਆਪਣੇ ਕਬਜ਼ੇ ਦੇ ਵਿੱਚ ਕੀਤਾ ਹੋਇਆ ਆ ਕਿ ਫਿਰ ਇਸ ਸਾਰੇ ਸਿਸਟਮ ਨੂੰ ਵੇਖਦਿਆਂ ਹੋਇਆਂ ਸਿੱਖ ਆਗੂਆਂ ਨੂੰ, ਸਿੱਖ ਨੁਮਾਇੰਦਾ ਜਥੇਬੰਦੀਆਂ ਨੂੰ ਆਪਣਾ ਜਿਹੜਾ ਹੱਥ ਆ ਉਹ ਕੇਂਦਰ ਵਾਲੇ ਪਾਸੇ ਨੂੰ ਵਧਾਉਣਾ ਚਾਹੀਦਾ ਜਾਂ ਨਹੀਂ ਵਧਾਉਣਾ ਚਾਹੀਦਾ ਫਿਰ ਸਿਆਸੀ ਤਾਕਤ ਲੈਣ ਵਾਸਤੇ? ਨਹੀਂ, ਮੈਂ ਤੁਹਾਨੂੰ ਉਹੀ ਗੱਲ ਕਹਿਣ ਡਿਆ ਕਿ ਐਨਰੋਲ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਸਟਰਗਲ ਹੀ ਕਰਨੀ ਚਾਹੀਦੀ ਹੈ ਕਿਉਂਕਿ ਤਾਕਤ ਲੈ ਕੇ ਕੀ ਕਰੋਗੇ? ਵੱਡੀ ਗੱਲ ਤਾਂ ਇਹ ਆ ਕਿ ਤਾਕਤ ਤੁਸੀਂ ਲੈ ਲਈ ਤੇ ਜਾਂ ਤੁਹਾਡੇ ਹੱਥ 'ਚ ਹੀ ਕੁਝ ਨਹੀਂ, ਜਦੋਂ ਤੁਹਾਡੇ ਹੱਥ 'ਚ ਕੋਈ ਸ਼ੈ ਹੀ ਕੋਈ ਨਹੀਂ ਹੈਗੀ ਤੁਸੀਂ ਤਰਲੇ ਹੀ ਕਰਨੇ ਨੇ ਜਾ ਕੇ ਉੱਥੇ। ਕੁਝ ਗਿਵ ਐਂਡ ਟੇਕ ਦਾ ਆਪਾਂ ਮਾਮਲਾ ਤੇ ਰੱਖ ਹੀ ਸਕਦੇ ਹਾਂ। ਨਹੀਂ, ਰੱਖ ਸਕਦੇ ਹਾਂ। ਵੇਖੋ, ਮੈਂ ਇਹ ਨਹੀਂ ਕਹਿੰਦੇ ਵੀ ਆਪਾਂ ਉਹ ਤੋਂ ਪਾਸੇ ਹੋ ਜਾਈਏ, ਪਰ ਮੈਂ ਐਨਰੋਲ ਸਿੱਖ ਸੰਸਥਾਵਾਂ ਦੀ ਜਾਂ ਸਿੱਖਾਂ ਦੀ ਗੱਲ ਕਰਦਾ। ਪੋਲੀਟੀਕਲ ਜਿਹੜੀ ਐਕਸਰਸਾਈਜ਼ ਉਹਨੂੰ ਛੱਡਣਾ ਨਹੀਂ ਚਾਹੀਦਾ, ਉਹਦੇ ਵਿੱਚ ਮੈਦਾਨ ਦੇ ਕੁੱਦਣਾ ਚਾਹੀਦਾ, ਉਹਦੀ ਬਰਾਬਰੀ ਕਰਨੀ ਚਾਹੀਦੀ ਆ। ਉਹਦੇ ਵਿੱਚ ਜਿਵੇਂ ਪੋਲੀਟੀਕਲ ਤੌਰ 'ਤੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ ਨੇ, ਉਹ ਪਾਰਲੀਮੈਂਟ ਦੇ ਵਿੱਚ ਰਹੇ ਵੀ ਨੇ, ਮੈਂਬਰ ਵੀ ਰਹੇ ਨੇ, ਉਹਨਾਂ ਨੇ ਪੜ੍ਹੇ ਲਿਖੇ ਨੇ, ਉਹ ਬਿਊਰੋਕ੍ਰੇਸੀ ਦੇ ਵਿੱਚ ਵੀ ਉਹ ਵੱਡੇ ਅਹੁਦੇ ਦੇ ਉੱਤੇ ਰਹੇ ਨੇ। ਤਾਂ ਇਹੋ ਜਿਹੇ ਆਗੂਆਂ ਨੂੰ ਚੁਣਨਾ ਚਾਹੀਦਾ ਸਿੱਖ ਕੌਮ ਨੂੰ। ਮੈਂ ਇਹ ਕਹਿਣਾ ਵੀ ਜਦ ਹਰ ਵਾਰੀ ਇਹ ਲਾਹਨਤ ਨਹੀਂ ਵੀ 2 ਦਿਨਾਂ ਦੇ ਬੱਚਿਆਂ ਨੂੰ ਵੀ ਜੂਨ 84 ਦੇ ਵਿੱਚ 2 ਦਿਨਾਂ ਦੇ ਬੱਚਿਆਂ ਨੂੰ ਵੀ ਤੰਦੂਰ ਦੇ ਵਿੱਚ ਸੁੱਟਿਆ ਜਾਂਦਾ ਹੈ ਨਵੰਬਰ 84 ਦੇ ਵਿੱਚ, ਤੇ ਐਡੇ ਵੱਡੀਆਂ ਜਿਹੜੀਆਂ ਕਤਲੋਗਾਰਤ ਸਾਡੀ ਹੋਈ ਆ, ਕਿਵੇਂ ਸਿੱਖ ਉਹਨੂੰ ਭੁੱਲਦੇ ਨੇ? ਵੱਡੀ ਗੱਲ ਤਾਂ ਇਹ ਆ ਕਿ ਸੈਂਟਰਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਜ਼ਖਮ ਜਿਹੜੇ ਨੇ ਉਹ ਸਿੱਖ ਕਿਵੇਂ ਭੁੱਲ ਜਾਂਦੇ ਨੇ? ਪਰ ਵੇਖੋ, ਜਿਸ ਤਰ੍ਹਾਂ ਪਿੱਛੇ ਆਪਾਂ ਹੁਣੇ ਗੱਲ ਕੀਤੀ ਆ 1984 ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਆ, ਕਾਂਗਰਸ ਨੇ ਅਜੇ ਤੱਕ ਸਿੱਖਾਂ ਦੇ ਜ਼ਖਮ ਜਿਹੜੇ ਆ ਹਰ ਟਾਈਮ ਕਰੁੰਦ ਰਹੀ ਹੈ। ਬਿਲਕੁਲ ਕਰੀਦੇ ਨੇ ਤੇ ਜਿਹਦੇ ਵਿੱਚ ਕੁਝ ਹੱਦ ਤੱਕ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਬੀਜੇਪੀ ਨੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਕੁਝ ਮਲਮ ਪੱਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਲਾਗੇ ਲੱਗਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ। ਜਿਸ ਤਰ੍ਹਾਂ ਦਾ ਅੱਜ ਇਹਨਾਂ ਨੇ ਹੁਣ ਕਾਰੀਡੋਰ ਨੂੰ ਖੋਲ੍ਹਣ ਦਾ ਮਸਲਾ ਲਿਆ, 3 ਕਾਲੇ ਕਾਨੂੰਨ ਜਿਹੜੇ ਬਣੇ ਸੀਗੇ ਖੇਤੀ ਕਾਨੂੰਨ ਉਹਨਾਂ ਨੂੰ ਵਾਪਸ ਲਿਆ, ਹੋਰ ਵੀ ਕਈ ਇਸ ਤਰ੍ਹਾਂ ਦੇ ਬੜੇ ਸਿੱਖ ਅਹੁਦੇਦਾਰ ਜਿਹੜੇ ਆ ਉਹਨਾਂ ਨੇ ਉੱਥੇ ਲਏ ਆ। ਤੇ ਹੁਣ ਵੀ ਬਹੁਤ ਸਿੱਖ ਜਿਹੜੇ ਸਿੱਖ ਚਿਹਰੇ ਆ ਜਿਹੜੇ ਭੱਜ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ। ਇਹਦਾ ਕੀ ਕਾਰਨ ਹੈ? ਇਹ ਕਿਤੇ ਸਿੱਖਾਂ ਵਾਲੇ ਨਾਲ ਨਰਿੰਦਰ ਮੋਦੀ ਜਿਹੜਾ ਆ ਉਹ ਸਿੱਖਾਂ ਵੱਲ ਆਪਣਾ ਦੋਸਤੀ ਦਾ ਹੱਥ ਤੇ ਨਹੀਂ ਵਧਾ ਰਹੇ, ਜੋ ਇਹ ਸਾਰੀਆਂ ਘਟਨਾਕ੍ਰਮ ਇੰਟਰਨੈਸ਼ਨਲ ਲੈਵਲ ਤੇ ਹੋ ਰਿਹਾ ਉਹਨੂੰ ਵੇਖਦੇ ਹੋਇਆ? ਨਹੀਂ, ਦੋਸਤੀ ਦਾਸਤੀ ਕੋਈ ਨਹੀਂ ਹੈਗੀ, ਬਿਲਕੁਲ ਨਾ ਹੀ ਸਿੱਖਾਂ ਨੂੰ ਇਹੋ ਜਿਹੀ ਕੋਈ ਗੱਲ ਸੋਚਣੀ ਚਾਹੀਦੀ ਹੈ, ਕਦੀ ਜ਼ਿੰਦਗੀ 'ਚ ਸੁਪਨੇ 'ਚ ਵੀ ਨਹੀਂ ਸੋਚਣੀ ਚਾਹੀਦੀ ਇਹੋ ਜਿਹੀ ਗੱਲ ਕੋਈ। ਜੇ ਇਹ ਗੱਲ ਸਿੱਖ ਸੋਚਦੇ ਨੇ ਤਾਂ ਫਿਰ ਜਿਹੜਾ ਵੀ ਸਿੱਖ ਇਹ ਗੱਲ ਸੋਚਦਾ ਆ ਉਹ ਬੇਵਕੂਫ ਆ। ਮੈਂ ਇਹ ਦਾਅਵੇ ਨਾਲ ਕਹਿੰਦਾ ਵੀ ਇਦੋਂ ਵੱਧ ਉਹਨੂੰ ਕੁਛ ਨਹੀਂ ਕਿਹਾ ਜਾ ਸਕਦਾ ਵੀ ਜੇ ਕਿਤੇ ਮੂਰਖਾਂ ਦੇ ਸਿੰਘ ਹੁੰਦੇ ਤੇ 12 ਸਿੰਘੇ ਹੁੰਦੇ ਇਹੋ ਜਿਹੇ ਲੋਕ ਵੀ ਜਿਹੜੇ ਇਹ ਗੱਲ ਸੋਚਣ ਵੀ ਬੀਜੇਪੀ ਸਿੱਖਾਂ ਦਾ ਦੋਸਤੀ ਦਾ ਹੱਥ ਵਧਾਉਣ ਲਈ ਹੈ। ਜੇ ਇਹ ਗੱਲ ਸੋਚਦੇ, ਜਿਹੜੇ ਕਾਨੂੰਨ ਆਪਾਂ ਕਹਿੰਦੇ ਵੀ ਉਹਨੇ ਰੱਦ ਕਰਤੇ, ਕਾਨੂੰਨ ਰੱਦ ਉਹ ਚੀਜ਼ ਆ ਵੀ 370 ਧਾਰਾ ਜਿਹੜੀ ਖਤਮ ਉਹ ਕੀਤੀ ਆ, ਮੰਨ ਲਓ ਜੰਮੂ 'ਚ ਕਰ ਦਿੱਤੀ ਆ, ਜਾਂ ਤੁਸੀਂ ਇਹ ਕਹਿ ਲਓ
ਵੀ ਪੰਜਾਬ ਦੇ ਪਾਣੀ ਪੰਜਾਬ ਨੂੰ ਦੇ ਦਿੱਤੇ ਨੇ ਜਾਂ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ, ਮੰਨ ਲਓ ਚੰਡੀਗੜ੍ਹ ਪੰਜਾਬ ਨੂੰ ਦਿੰਦੇ ਨੇ, ਜਾਂ ਸਾਡੀਆਂ ਜਿਹੜੀਆਂ ਅਨੰਦਪੁਰ ਸਾਹਿਬ ਦੇ ਮਤੇ ਵਾਲੀਆਂ ਮੰਗਾਂ ਨੇ ਮੰਨ ਲਓ ਉਹੀ ਮੰਗ ਲੈਂਦੇ ਨੇ, ਬੇਸ਼ੱਕ ਮੇਰੀ ਇਹ ਮੰਗ ਨਹੀਂ ਹੈਗੀ, ਪਰ ਜੇ ਉਹ ਦਿੰਦੇ ਨੇ ਤੇ ਬੰਦੀ ਸਿੰਘ ਜਿਹੜੇ ਨੇ ਸਾਡੇ ਉਹਨਾਂ ਨੂੰ ਰਿਹਾ ਕਰਦੇ ਨੇ, ਕਿਉਂਕਿ ਵਾਜਪਾਈ ਦੇ ਟਾਈਮ ਉਦੋਂ ਇਹ ਰਿਹਾ ਕਰਨ ਲੱਗੇ ਸੀ ਤੇ ਕੋਈ ਸਿੱਖ ਆਗੂਆਂ ਦਾ ਬੇੜਾ ਬਹਿ ਗਿਆ। ਸਿੱਖ ਆਗੂ ਨਹੀਂ ਸੀਗੇ, ਮਤਲਬ ਕਿ ਪਾਰਟੀਆਂ ਦੇ ਆਗੂ ਸਨ, ਮੈਂ ਸਿੱਖ ਆਗੂ ਨਹੀਂ ਕਹਾਂਗਾ, ਪੋਲੀਟੀਕਲ ਪਾਰਟੀਆਂ ਦੇ ਆਗੂ ਸਨ ਜਿਨ੍ਹਾਂ ਦਾ ਬੇੜਾ ਬਹਿ ਗਿਆ। ਬੇਸ਼ੱਕ ਉਦੋਂ ਬੀਜੇਪੀ ਇਹ ਕੰਮ ਕਰਨ ਲੱਗੀ ਸੀ, ਕਦਮ ਚੁੱਕਣ ਲੱਗੀ। ਜਿਹੜੇ ਕਾਨੂੰਨਾਂ ਵਾਲੀ ਗੱਲ ਹੈ ਨਾ, ਇਹ ਤਾਂ ਬਣਾਏ ਗਲਤ ਸਨ, ਇਹ ਤਾਂ ਉਹਨਾਂ ਨੇ ਸਗੋਂ ਨੁਕਸਾਨ ਹੋਇਆ ਬਹੁਤ ਵੱਡਾ। ਹੁਣ ਇਹੋ ਹੀ ਗੱਲ ਮੈਂ ਕਰ ਰਿਹਾ ਹਾਂ, ਇਹ ਪੁੱਛਣਾ ਚਾਹ ਰਿਹਾ ਹਾਂ ਕਿ ਅੱਜ 2 ਸਾਡੇ ਸਿੰਘ ਜਿਹੜੇ ਆ ਉਹ ਬੇਲਾਂ ਦੇ ਉੱਤੇ ਬਰੀ ਵੀ ਹੋ ਕੇ ਲੈ ਕੇ ਬਾਹਰ ਵੀ ਆਏ ਨੇ, ਜੇਲ੍ਹ 'ਚੋਂ ਵੀ ਆਏ ਨੇ, ਜਿਨ੍ਹਾਂ 'ਚ ਹਰਨੇਕ ਸਿੰਘ ਜੀ ਭਾਪਿਆ, ਦਿਆ ਸਿੰਘ ਲਾਹੌਰੀਆ ਜੀ ਵੀ ਆਏ ਨੇ। ਤੇ ਕੀ ਇਸ ਤਰ੍ਹਾਂ ਦਾ ਕਿਤੇ ਲੱਗ ਨਹੀਂ ਰਿਹਾ ਕਿ ਬੀਜੇਪੀ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਪ੍ਰਭਾਵ ਸਿੱਖਾਂ ਦਾ ਬਣਿਆ ਉਹਨੂੰ ਲੈ ਕੇ ਉਹ ਕੁਛ ਕਰ ਰਹੀ ਹੋਵੇ, ਕਰਨਾ ਚਾਹੁੰਦੀ ਹੋਵੇ? ਬਸ ਮੇਰਾ ਸਵਾਲ ਇਹ ਹੈ। ਦੇਖੋ, ਇੱਕ ਸਿੰਘ ਨੂੰ ਛੱਡਤਾ ਤੇ ਇੱਕ ਦੀ ਰਿਜੈਕਟ ਕਰਤੀ, ਉੱਥੇ ਹੀ ਰੁਲ ਗਿਆ ਉਹ ਜੇਲ੍ਹ ਦੇ ਵਿੱਚ, ਰਾਜਸਥਾਨ ਦੇ ਵਿੱਚ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜਾ ਇਹ ਸ਼ੋਸ਼ਾ ਛੱਡਿਆ ਜਾ ਰਿਹਾ, ਜਿਵੇਂ ਪਿਛਲੇ ਦਿਨ ਕੋਈ ਅਕਾਲ ਤਖਤ ਸਾਹਿਬ ਦਾ ਕਿਸੇ ਦਾ ਮੈਨੂੰ ਜਥੇਦਾਰ ਵੀ ਮਿਲਿਆ, ਪਟਨਾ ਸਾਹਿਬ ਦਾ ਜਾਂ ਕਹਿ ਲਓ, ਉਹ ਵੀ ਕਹਿੰਦੇ ਵੀ ਬੀਜੇਪੀ ਗੌਰਮੈਂਟ ਨੇ ਦੇਖੋ ਜੀ ਬੰਦੇ ਛੱਡੇ ਨੇ। ਬੰਦੇ ਕਿਹੜੇ ਛੱਡੇ ਨੇ? ਤੁਹਾਡੀ ਸਜ਼ਾ 5 ਸਾਲ ਆ ਤੇ 14 ਸਾਲ ਤੁਹਾਨੂੰ ਕਟਾ ਕੇ ਤੇ ਹਾਈ ਕੋਰਟ ਰਾਹੀਂ ਤੁਹਾਨੂੰ ਛੱਡਦੇ ਨੇ। ਇਹ ਕਿਹੜੀ ਛੱਡਣ ਵਾਲੀ ਗੱਲ ਆ? ਛੱਡਣ ਵਾਲੀ ਗੱਲ ਤਾਂ ਆ, ਸਜ਼ਾ ਕੱਟ ਲਈ, ਘੱਟੋ ਘੱਟ ਪੂਰੀ ਕਰ ਲਈ ਜਿਹਨਾਂ ਨੇ, ਉਹਨਾਂ ਨੂੰ ਤਾਂ ਰਿਹਾ ਕਰ ਦੇਣ, ਪੈਰੋਲ ਤਾਂ ਦੇਣ। ਬੰਦਿਆਂ ਦੀ ਤਾਂ ਹੱਡੀਆਂ ਗਲ ਚੱਲੀਆਂ ਨੇ ਅੰਦਰ, ਠੀਕ ਹੈ ਜੀ। ਸੋ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਨੇ, ਅਜੇ ਤੱਕ ਕੋਈ ਸਿੱਖਾਂ ਦੀ ਮੰਗ ਨਹੀਂ ਪੂਰੀ ਕੀਤੀ ਗਈ। ਜਿਹੜਾ ਕੋਰੀਡੋਰ ਆ ਉਹ ਪਹਿਲਾਂ ਖੁੱਲ੍ਹ ਚੁੱਕਾ ਸੀ, ਦੁਬਾਰੇ ਬੰਦ ਕੀਤਾ ਇਹਨਾਂ ਨੇ। ਈਵਨ ਉਹ ਹੁਣ ਨਹੀਂ ਕਿ ਹੁਣ ਖੋਲ੍ਹ ਦਿੱਤਾ ਗਿਆ ਆ। ਉਹ ਤੁਸੀਂ ਇਹ ਕਹਿ ਲਓ ਵੀ ਨਵਜੋਤ ਸਿੱਧੂ ਜਿਹੜਾ ਆ ਉਹ ਕ੍ਰਿਕਟ ਸੀਗਾ ਤੇ ਉਹਦੇ ਹਮ ਰੁਤਬਾ ਜਿਹੜੇ ਨੇ ਬੰਦੇ, ਉਹਦੇ ਨਾਲ ਦੇ ਸਾਥੀ ਜਿਹੜੇ ਹਨ, ਉਹ ਕਿਸੇ ਦੇਸ਼ 'ਚ ਸਰਕਾਰ ਬਣਾ ਲੈਂਦੇ ਨੇ, ਤਾਂ ਇਹਦਾ ਐਡਵਾਂਟੇਜ ਸੀਗਾ ਕਿ ਉਹਨੇ ਆਪਣੇ ਸੱਜਣ ਨੂੰ ਇਹ ਗੱਲ ਕਹੀ ਕਿ ਯਾਰ ਸਾਡੀ ਚਿਰਾਂ ਤੋਂ ਮੰਗ ਆ, ਇਹ ਸਿੱਖਾਂ ਦੀ ਮੰਗ ਆ, ਇਹ ਤਾਂ ਇੰਨੀ ਕੁ ਤਾਂ ਪੂਰੀ ਕਰ ਦਿਓ। ਸਮਝੋ ਮੇਰੀ ਗੱਲ। ਉਹਦੇ ਵਿੱਚ ਵੀ ਭਾਰਤ ਸਰਕਾਰ ਨੇ ਬੜੇ ਵੱਡੇ ਅੜਿੱਕੇ ਢਾਏ, ਤੇ ਜਿਹੜੇ ਤੁਸੀਂ ਜਾ ਕੇ ਵੇਖਿਓ ਉੱਥੇ ਕਿ ਉਹਦੀ ਪ੍ਰਕਿਰਿਆ ਕੀ ਆ। ਹਾਲਾਂਕਿ ਜਦੋਂ ਸਿੱਧਾ ਖੋਲ੍ਹਣਾ ਚਾਹੀਦਾ, ਇੱਧਰੋਂ ਤੋਂ ਖੋਲ੍ਹਣਾ ਚਾਹੀਦਾ। ਜੇ ਸਾਨੂੰ ਤੰਗ ਕਰੇ ਤਾਂ ਪਾਕਿਸਤਾਨ ਸਰਕਾਰ ਕਰੇ, ਇਹ ਕਿਉਂ ਕਰਦੇ ਨੇ ਜੇ ਸਾਡੇ ਹਮਦਰਦੀ ਨੇ? ਤੇ ਵੇਖੋ, ਇਹ ਗੱਲਾਂ ਭਰਮ ਭੁਲੇਖੇ ਵਾਲੀਆਂ ਨੇ। ਜੇ ਉਹ ਵਾਕਈ ਸੁਹਿਰਦ ਨੇ ਤੇ ਸਿੱਖਾਂ ਨੂੰ ਇੱਦਾਂ ਦਾ ਕੋਈ ਦੇਣਾ ਚਾਹੁੰਦੇ ਨੇ ਤਾਂ ਫਿਰ ਇਹਦੇ 'ਚ ਤਾਂ ਬੜੀਆਂ ਵੱਡੀਆਂ ਗੱਲਾਂ ਹੋਣ ਵਾਲੀਆਂ ਨੇ। ਅਜੇ ਸਿੱਖਾਂ ਦਾ ਕੁਝ ਨਹੀਂ ਸਵਾਰਿਆ ਕਿਸੇ ਨੇ। ਤੁਸੀਂ ਬਾਬਾ ਜੀ ਇਸ ਸਮੇਂ ਦੇ ਉੱਤੇ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਅੱਜ ਦੇ ਦਿਹਾੜੇ ਦੇ ਉੱਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ, ਜਦੋਂ ਸਿਰ ਦੇ ਉੱਤੇ ਹੁਣ ਇਲੈਕਸ਼ਨਾਂ ਵੀ ਆਈਆਂ ਪਈਆਂ ਆ ਤੇ ਇੱਕ ਪਾਸੇ ਕਾਂਗਰਸ ਪਾਰਟੀ ਨੇ ਆਪਣੇ ਜਿਹੜੇ ਆ ਕਮਰ ਕੱਸੇ ਕੀਤੇ ਆ, ਅਕਾਲੀ ਦਲ ਨੇ ਕੀਤੇ ਆ, ਬੀਜੇਪੀ ਵੀ ਆਪਣੇ ਕਮਰ ਕੱਸੇ ਕਰ ਰਹੀ ਆ, ਆਮ ਆਦਮੀ ਪਾਰਟੀ ਵੀ ਕਰ ਰਹੀ ਆ। ਇਸ ਸਮੇਂ ਦੇ ਉੱਤੇ ਜਿਹੜੇ ਪੰਜਾਬ ਦੇ ਸਿੱਖ ਨੇ, ਪੰਜਾਬ ਦੇ ਮੂਲ ਨਿਵਾਸੀ ਨੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਇਹ ਤੁਹਾਡਾ ਸੰਦੇਸ਼ ਆ। ਪਹਿਲੀ ਗੱਲ ਤਾਂ ਇਹ ਆ ਕਿ ਮੇਰਾ ਇੱਦਾਂ ਦਾ ਕੋਈ ਕੱਦ ਨਹੀਂ ਕਿ ਮੈਂ ਸੰਦੇਸ਼ ਦੇ ਸਕਾਂ। ਮੇਰੇ ਤੋਂ ਸਾਰੇ ਵੱਡੇ ਨੇ, ਸੀਨੀਅਰ ਨੇ ਇਸ ਗੱਲ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਸਿੱਖਾਂ ਨੂੰ ਚੋਣਾਂ ਲਗਭਗ ਸਿਰ 'ਤੇ ਆ ਗਈਆਂ ਨੇ। ਸਾਰਿਆਂ ਨੂੰ ਹੀ ਗਿਲੇ ਸ਼ਿਕਵੇ ਭੁੱਲ ਕੇ ਕਿਸੇ ਵੀ ਗੁਰੂ ਘਰ, ਕਿਸੇ ਵੀ ਨਿਸ਼ਾਨ ਸਾਹਿਬ ਦੇ ਥੱਲੇ ਬਹਿ ਕੇ ਇਮਾਨਦਾਰੀ ਨਾਲ ਇਹ ਸੋਚਣਾ ਚਾਹੀਦਾ ਕਿ ਸਾਡੇ ਸਿਰ 'ਤੇ ਉੱਤੇ ਆ ਜਿਹੜੀਆਂ ਗੱਲਾਂ ਨੇ, ਉਹਨੂੰ ਪਹਿਲਾਂ ਆਪੇ 'ਚ ਇਕੱਠੇ ਹੋਣ। ਇਕੱਠੇ ਹੋ ਕੇ ਹੀ ਅਸੀਂ ਕਿਸੇ ਵੱਡੀ ਤਾਕਤ ਨਾਲ ਲੜ ਸਕਦੇ ਹਾਂ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਮੇਰੀ ਬੇਨਤੀ ਹੈ ਸਾਰਿਆਂ ਦੇ ਚਰਨਾਂ ਦੇ ਵਿੱਚ, ਚਾਹੇ ਉਹ ਸਿਮਰਜੀਤ ਸਿੰਘ ਮਾਨ ਨੇ, ਚਾਹੇ ਦਲ ਖਾਲਸਾ, ਜੇ ਜਿੰਨੀਆਂ ਵੀ ਸਾਡੀਆਂ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੇ ਜਿਹੜੀਆਂ ਇਹਦੇ ਵਿੱਚ ਅਜਮਾਇਸ਼ ਕਰਨੀਆਂ ਚਾਹੁੰਦੀਆਂ ਨੇ, ਪੋਲੀਟੀਕਲ ਐਕਸਰਸਾਈਜ਼ ਜਿਹੜੀਆਂ ਕਰਨਾ ਚਾਹੁੰਦੀਆਂ ਨੇ, ਇਲੈਕਸ਼ਨ ਲੜਨੀਆਂ ਚਾਹੁੰਦੀਆਂ ਨੇ, ਜੇ ਇਲੈਕਸ਼ਨ ਹੀ ਸਿੱਖਾਂ ਨੇ ਲੜਨੇ ਨੇ ਤੇ ਫਿਰ ਸਿਮਰਜੀਤ ਸਿੰਘ ਮਾਨ ਕਿਉਂ ਨਹੀਂ? ਬਿਲਕੁਲ ਕਿਉਂ ਨਹੀਂ? ਠੀਕ ਹੈ ਜੀ। ਸੋ ਇਹ ਗੱਲ ਹੈ, ਜਾਂ ਉਹਦੇ ਕੱਦ ਦਾ ਕੋਈ ਲੀਡਰ ਜਾਂ ਉੱਦਾਂ ਦਾ ਕੋਈ ਲੀਡਰ ਹੋਰ ਬਰਾਬਰ ਖੜਾ ਕਰਨਾ। ਆਪਾਂ ਸੋਚੀਏ ਇਹਨੂੰ, ਜਦ ਵੋਟਾਂ ਦਾ ਤੁਸੀਂ ਫਿਰ ਮੁੜ ਕੇ ਟਾਟਾ ਪੋਟਾ ਫਲਾਣੇ ਦੀ ਛੁੱਟੀ ਨਹੀਂ ਆਉਂਦੀ, ਫਲਾਣੇ ਨੂੰ ਜੇਲ੍ਹੋਂ ਰਿਹਾ ਨਹੀਂ ਕਰਦੇ, ਫਿਰ ਪਿੱਟਦੇ ਰਹਿੰਦੇ ਆ। ਵੋਟਾਂ ਤਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪਾ ਦਿਓ, ਵੋਟਾਂ ਤੁਸੀਂ ਨਵਜੋਤ ਸਿੱਧੂ ਨੂੰ ਪਾ ਦਿਓ, ਵੋਟਾਂ ਤੁਸੀਂ ਆਪ ਨੂੰ ਪਾ ਦਿਓ, ਜਿਹੜਾ ਕਿ ਇੱਕ ਬੇਸ਼ੱਕ ਮੇਰਾ ਚੰਨੀ ਨਾਲ ਕੋਈ ਵਾਹ ਵਾਸਤਾ ਹੈ, ਨਾ ਉਹਦੇ ਨਾਲ ਕੋਈ ਰੌਲਾ ਹੀ ਆ, ਪਰ ਮੈਂ ਇਹ ਕਹਿਣਾ ਵੀ ਜਿਹੜੇ ਸਮਾਜ 'ਚੋਂ ਜਿਹੜੇ ਪਾਸਿਓਂ ਉਹ ਆਏ ਨੇ ਉੱਠ ਕੇ, ਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਆ ਕਿ ਕੋਈ ਜਾਤ ਪਾਤ ਨਹੀਂ ਹੈਗੀ, ਫਿਰ ਵੀ ਮਤਲਬ ਕਿ ਚੰਨੀ ਨੂੰ ਅਹਿਸਾਸ ਕਰਾਇਆ ਗਿਆ ਕੇਜਰੀਵਾਲ ਤੇ ਭਗਵੰਤ ਮਾਨ ਨੇ, ਜਿਹੜੀ ਉਹ ਰਿਸ਼ਤੇ ਵਾਲੀ ਗੱਲ ਕਹੀ ਗਈ ਆ। ਇਹ ਲਾਹਨਤ ਨਹੀਂ? ਤੁਸੀਂ ਲੀਡਰ ਹੋ, ਜੇ ਉਹਨਾਂ ਨੇ ਤੁਹਾਡੇ ਕੱਪੜਿਆਂ 'ਤੇ ਟਿੱਪਣੀ ਕੀਤੀ ਤੁਸੀਂ ਉਹਦੇ 'ਤੇ ਕਰ ਦਿਓ। ਜੇ ਕੋਈ ਬੰਦਾ ਥੱਲੇ ਬੇਵਕੂਫੀ ਕਰਦਾ ਆ ਤੇ ਐਡਾ ਵੱਡਾ ਗੁਨਾਹ ਤੁਸੀਂ ਕਿਵੇਂ ਕਰ ਸਕਦੇ ਹੋ? ਸੋ ਸਿੱਖਾਂ ਨੂੰ ਸਭ ਤੋਂ ਪਹਿਲਾਂ ਮੇਰੀ ਬੇਨਤੀ ਆ, ਮੈਂ ਸੰਦੇਸ਼ ਨਹੀਂ ਦੇ ਸਕਦਾ, ਇਕੱਠੇ ਹੋਣ ਜੀ, ਇਕੱਠੇ ਹੋ ਕੇ ਗੁਰਮਤਾ ਕਰਨ, ਗੁਰਮਤਾ ਕਰਕੇ ਅੱਗੇ ਜਿਹੜਾ ਕਦਮ ਪੁੱਟਣਾ। ਬਿਲਕੁਲ ਜੀ। ਇਹ ਸਨ ਜੀ ਸਾਡੇ ਨਾਲ ਬਖਸ਼ੀਸ਼ ਸਿੰਘ ਜੀ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਅਪੀਲ ਕੀਤੀ ਆ ਕਿ ਜਿਹੜਾ ਸਾਡੇ ਕੋਲ ਹੁਣ ਟੈਸਟ
ਅਗਲੇ ਇੱਕ ਅੱਧੇ ਮਹੀਨੇ ਦੇ ਵਿੱਚ ਆਉਣ ਵਾਲਾ ਪੰਜਾਬ ਦੀਆਂ ਚੋਣਾਂ ਆਉਣ ਵਾਲੀਆਂ, ਉਹਨਾਂ ਚੋਣਾਂ ਤੋਂ ਪਹਿਲਾਂ ਸਾਰੇ ਸਿੱਖ ਜਿਹੜੇ ਆ ਉਹ ਇਕੱਠੇ ਹੋਣ, ਇਕੱਠੇ ਇੱਕ ਨਿਸ਼ਾਨ ਥੱਲੇ ਹੋ ਕੇ ਫਿਰ ਜਿਹੜੀ ਆ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਪੈਣ। ਸੋ ਮੈਂ ਤੁਹਾਡਾ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।